का विचार। मूर्ख पंडित हिकमत हुज्जत संजय करे प्यार। धर्मी धर्म करे गवावे मंगा मोख द्वार। जति सदा चुक्त न जाने छड़ भाई कारबार। सबको पूरा पे होवे कट न कोई अखे। पत परवाने पिछे पाइए ता नानक तोले जापे महला पिला। बड़ी तुर कर्म जना को तुद पाया। तातिनी कसम ते आया न जानता के बस किश नहीं। एक आपो गुर कृपा ते जानिया। सैचे ही सच समाया। वाहिगुरु 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 वाहिगुरु। कोई रब दा बख्शिया मिल जावे। कोई रब दा बख्शिया मिल जावे। रब दा बख्शिया रब दा बख्शिया मिल जावे। बख्शिया जामेगा तू भी बख्शिया जामेगा मना। कोई रब दा बख्शिया मिल जावे। कोई अल्लाह दा प्यारा मिल जावे। कोई अल्लाह दा प्यारा जावे जी। कोई रब दा बख्शिया मिल जावे। कोई रब दा बख्शिया उठ बजीता सुत्या तू मेला वेखण। कोई मिल जे बख्शिया रब दा। परम सत्कारयोग गुरां की साज के नबाजी साध संगत जी। ਅੰਮ੍ਰਿਤ ਵੇਲੇ ਦਾ ਜਾਗਣਾ ਜੇ ਕੋਈ ਜਾਗੇ ਨਿਤ। ਅੰਮ੍ਰਿਤ ਵੇਲੇ ਮਾਲਕ ਨੂੰ ਯਾਦ ਕਰਨ ਵਾਸਤੇ ਉਸ ਗੁਰੂ ਦੇ ਪਾਵਨ ਪਵਿੱਤਰ ਚਰਨਾਂ ਦੇ ਵਿੱਚ ਜੁੜ ਕਰਕੇ होए कत्तर मिलो मेरे भाई दुबदा दूर करो लिवलाए। हर नमै के होवो जोड़ी गुरमुख वैसो सफा विछाए। होए इकत्तर मिलो मेरे भाई। महाराज जी कहते हैं मेरे भाई
ਇਕੱਤਰ ਤੋਂ ਭਾਵ ਇਕੱਠੇ ਹੋ ਕੇ ਸਾਰੇ ਬੈਠੀਏ। ਉਸ ਪਰਮਾਤਮਾ ਦੀਆਂ ਦਾਤੇ ਦੀਆਂ ਜਿਹੜੀਆਂ ਵਿਚਾਰਾਂ ਵਡਿਆਈਆਂ ਕਰਨ ਦਾ ਸਮਾਂ ਹੈ। ਇਹ ਗੁਰੂ ਨਾਨਕ ਨੇ ਸਮਾਂ ਬਖਸ਼ਿਸ਼ ਕੀਤਾ ਹਰ ਇੱਕ ਨੂੰ। ਅੰਮ੍ਰਿਤ ਵੇਲੇ ਦਾ ਜਾਗਣਾ ਨਾ ਜਾਗਣਾ ਆਪਣੀ ਮਰਜ਼ੀ ਹੈ। ਭਗਤ ਫਰੀਦ ਜੀ ਨੇ ਨਰਮ ਸ਼ਬਦਾਂ ਵਿੱਚ ਵੀ ਕਹਿਤਾ ਤੇ ਕਰੜੇ ਸ਼ਬਦਾਂ ਵਿੱਚ ਵੀ ਕਹਿਤਾ। ਮਰਜੀ ਕਹਿਣ ਲੱਗੇ ਪਿਆਰ ਨਾਲ ਵੀ ਕਹਿ ਕੇ ਵੇਖ ਲਿਆ ਤੇ ਸਖਤੀ ਨਾਲ ਵੀ ਕਹਿ ਕੇ ਦੇਖ ਲਿਆ। ਪਿਛਲ ਰਾਤ ਨਾ ਜਾਗਿਓ। ਪਿਛਲ ਰਾਤ ਭਾਵ ਜਿਹੜੀ ਤੀਜਾ ਪਹਿਰ ਹੈ। 3 ਪਹਿਰ ਰਾਤਰੀ ਦੇ ਲੰਘ ਗਏ, ਚੌਥਾ ਪਹਿਰ ਸ਼ੁਰੂ ਹੋ ਗਿਆ ਜਦੋਂ ਉਦੋਂ ਜਾਗ 1 ਪਹਿਰ ਰਾਤ ਰਹਿੰਦਿਆਂ। ਰਹਿਤਨਾਮੇ ਵਿੱਚ ਇਸ ਤਰ੍ਹਾਂ ਲਿਖਿਆ 1 ਪਹਿਰ ਰਾਤ ਰਹਿੰਦਿਆਂ ਭਾਵ ਉਦੋਂ ਜਦੋਂ 1 ਪਹਿਰ ਰਾਤ ਰਹਿ ਜੇ ਕਿੰਨਾ ਸਮਾਂ ਹੁੰਦਾ ਉਦੋਂ 3 ਵਜੇ ਹੁੰਦੇ ਨੇ। ਕਹਿੰਦੇ 1 ਪਹਿਰ ਰਾਤ ਜਿਹੜਾ ਨਾ ਉੱਠ ਕੇ ਪਰਮਾਤਮਾ ਦਾ ਸਿਮਰਨ ਕਰ। 3 ਘੰਟਿਆਂ ਦੇ ਵਿੱਚ ਹੀ ਤੂੰ ਇਸ਼ਨਾਨ ਪਾਣੀ ਵੀ ਕਰ ਲੇਂਗਾ, ਪਰਮਾਤਮਾ ਦੀ ਬੰਦਗੀ। ਅੱਧਾ ਘੰਟਾ ਜੇ ਇਸ਼ਨਾਨ ਕਰਨ ਨੂੰ ਲੱਗ ਗਿਆ, ਤਿਆਰ ਪ੍ਰਤਿਆਰ ਹੋਣ ਨੂੰ ਲੱਗ ਗਿਆ ਤਾਂ 2.5 ਘੰਟੇ ਬਚ ਗਏ। ਤੇ 2.5 ਘੰਟਿਆਂ ਦਾ ਪਰਮਾਤਮਾ ਦਾ ਹੁਕਮ ਹੈ ਵੀ 2.5 ਘੰਟੇ ਪਰਮਾਤਮਾ ਦਾ ਸਿਮਰਨ ਕਰਨਾ, ਬੰਦਗੀ ਕਰਨੀ ਹੈ। ਜੇ ਚਲੋ 2.5 ਘੰਟਿਆਂ ਤੋਂ ਨਹੀਂ ਬੈਠਿਆ ਜਾਂਦਾ, ਮਰਜੀ ਕਹਿੰਦੇ ਫਿਰ ਇਸ ਤਰ੍ਹਾਂ ਕਰ, ਇਹ 2.5 ਨੂੰ ਵੀ ਵੰਡ ਲਾ। 1 ਘੜੀ ਆਦੀ ਹੂੰ ਤੇ ਆਦ ਭਗਤ ਨ ਸੇਤੀ ਗੋਸ਼ਟੇ ਜੋ ਕਿਨੇ ਸੋ ਲਾਭ। ਕਹਿੰਦੇ 1 ਘੜੀ, ਅੱਧੀ ਘੜੀ, ਉਦੋਂ ਅੱਧੀ ਘੜੀ। 2.5 ਘੰਟੇ ਬੈਠਣਾ ਔਖਾ ਹੈ ਨਾ। ਕਹਿੰਦੇ ਜੀ ਹਾਂ ਚੰਗਾ ਫਿਰ ਇਹਨੂੰ ਅੱਧਾ ਕਰ ਲੈ। ਮਰਜੀ ਉਹ ਕਿਵੇਂ? ਕਹਿੰਦੇ 1.25 ਘੰਟਾ ਸੁਬਾਹ ਤੇ 1.25 ਘੰਟਾ ਸ਼ਾਮ ਨੂੰ ਕਰ ਲੈ। ਤੇਰੇ 2.5 ਘੰਟੇ ਪੂਰੇ ਹੋ ਗਏ। ਇਹ ਸਵਾਸਾਂ ਦਾ ਦਸਬੰਧ ਹੋ ਗਿਆ। ਤੇ ਦੂਸਰਾ ਦਸਬੰਧ ਹੈ ਤੇਰਾ ਮਾਇਆ ਦਾ, ਧਨ ਦਾ ਤੇਰਾ ਦਸਬੰਧ ਹੈ। ਇਹ ਵੀ ਕੱਢਣਾ ਅਤੀ ਜ਼ਰੂਰੀ ਹੈ। ਇਹ ਪਰ ਹਰ ਇੱਕ ਦੇ ਹਿੱਸੇ ਵਿੱਚ ਨਹੀਂ ਆਉਂਦਾ। ਪੁਰਾਣੇ ਸਮੇਂ ਵਿੱਚ ਘਰ ਕੱਚੇ ਹੁੰਦੇ, ਲੋਕ ਬੜੇ ਸੁਖੀ ਹੁੰਦੇ। ਅੱਜ ਘਰ ਪੱਕੇ ਨੇ ਤੇ ਲੋਕ ਦੁਖੀ ਨੇ। ਕੀ ਕਾਰਨ? ਸੰਤ ਗਿਆਨੀ ਜੰਗ ਸਿੰਘ ਜੀ ਬੁੰਗਾ ਮਸਤੂਣਾ ਸਾਹਿਬ ਵਾਲੇ, ਸਾਬੋ ਕੀ ਤਲਵੰਡੀ ਦਮਦਮਾ ਸਾਹਿਬ, ਉਹ ਇੱਕ ਗਾਥਾ ਸੁਣਾਉਂਦੇ ਹੁੰਦੇ ਪੁਰਾਤਨ ਸਮਿਆਂ ਦੇ ਵਿੱਚ। ਮੈਨੂੰ ਉਹਨਾਂ ਦੇ ਨਾਲ ਢੋਲਕੀ ਵਜਾਉਣ ਦਾ ਸਮਾਂ ਪ੍ਰਾਪਤ ਹੋਇਆ। ਸਿੱਧੇ ਸਾਧੇ ਭੋਲੇ ਭਾਲੇ ਜੇ ਰੱਬ ਦੇ ਫਕੀਰ ਹੁੰਦੇ ਹੋ। ਜਦੋਂ ਉਹਨਾਂ ਨੇ ਕੀਰਤਨ ਕਰਨਾ, ਪਹਿਲਾਂ ਚੰਗੀ ਤਰ੍ਹਾਂ ਕੇਸ਼ੀ ਇਸ਼ਨਾਨ ਕਰਨਾ, ਫਿਰ ਚਾਹ ਪਾਣੀ ਛਕ ਕੇ ਚੰਗੀ ਵਧੀਆ, ਤੇ ਫਿਰ ਕਹਿੰਦੇ ਚਲੋ ਬਈ ਹੁਣ ਤਿਆਰ ਪਰ ਤਿਆਰ ਹਾਂ, ਕਰੀਏ ਕੀਰਤਨ, ਰੱਬ ਦੇ ਗੁਣ ਗਾਈਏ। ਉਹ ਕਹਿੰਦੇ ਪੁਰਾਤਨ ਸਮਾਂ ਸੀ, ਕਿਸੇ ਦੇ ਘਰ ਬਹੁਤੀ ਜ਼ਿਆਦਾ ਗਰੀਬੀ ਸੀ। ਪੁਰਾਣਾ ਘਰ ਸੀ ਉਹਨਾਂ ਦੇ। ਪੁਰਾਣੇ ਘਰ ਦੇ ਵਿੱਚ ਸਾਰੇ ਰਹਿੰਦੇ ਨੇ ਬਾਲੇ ਸਤੀਰੀਆਂ, ਉਹ ਜਿਹੜੀ ਪੰਨੀ ਜੀ ਪਾ ਕੇ ਉੱਤੇ ਛੱਤ ਪਾਈ, ਉਹਦੇ ਵਿੱਚ ਇੱਕ ਚਿੜਾ ਤੇ ਇੱਕ ਚਿੜੀ ਰਹਿੰਦੇ ਨੇ ਦੋਨੋਂ। ਘਰ ਵਿੱਚ ਬਹੁਤ ਜ਼ਿਆਦਾ ਗਰੀਬੀ ਹੈ, ਅਤਿਅੰਤਾਂ ਦੀ। ਮਹਾਰਾਜ ਕਹਿੰਦੇ ਜਦੋਂ ਘਰ ਵਿੱਚ ਬਹੁਤੀ ਜ਼ਿਆਦਾ ਗਰੀਬੀ ਆ, ਉਹ ਚਿੜਾ ਤੇ ਚਿੜੀ ਨੇ ਸੋਚਿਆ ਵੀ ਇਸ ਤਰ੍ਹਾਂ ਕਰੋ, ਇਹ ਤਾਂ ਇੱਕ ਤਾਂ ਊਂ ਗਰੀਬੀ ਹੈ, ਇੱਕ ਦੂਸਰਾ ਸੋਮ ਬਹੁਤੇ ਨੇ, ਇਹਨਾਂ ਦਾ ਭਲਾ ਕੀਤਾ ਜਾਵੇ ਕਿਸੇ ਨਾ ਕਿਸੇ ਲੋਟ। ਰੱਬ ਦੇ ਫਕੀਰ ਭਲਾ ਸੋਚਦੇ ਨੇ, ਹਰ ਇੱਕ ਦਾ ਭਲਾ ਸੋਚਦੇ ਨੇ। ਅੱਜ ਦਾ ਜਿਹੜਾ ਸਮਾਂ ਚੱਲ ਰਿਹਾ ਹੈ, ਇਹ ਗਰਾਹੀਆਂ ਦਾ ਸਮਾਂ, ਕਿਉਂਕਿ ਕਣਕਾਂ ਹਰ ਇੱਕ ਦੇ ਘਰ ਵਿੱਚ ਆ ਗਈਆਂ। ਦਸਬੰਧ ਕਢਾਉਂਦੇ ਨੇ ਰੱਬ ਦੇ ਫਕੀਰ, ਪਰ ਮਨੁੱਖ ਕੱਢ ਕੇ ਰਾਜੀ ਨਹੀਂ। ਕਿਉਂਕਿ ਮਨੁੱਖ ਕਹਿੰਦਾ ਮੇਰਾ ਆਹ ਵੀ ਖਰਚਾ ਹੈ,
मैं इत्थे भी देने हैं, मैं इत्थे भी देने हैं, मैं इत्थे भी देने हैं, पर रब दे घर वारी आके उत्थे फिर मुकर जाता है। की करिए, साडे खर्चे इन्ने वधे पए ने। हुण इसे तरह वो घर बड़ा गरीब है, उन्होंने कहा भी इउं करो इन्हां दा भला हो जाए। जिवें संत बाबा गुरमुख सिंह जी कार सेवा वाले महापुरख होए, उन्होंने कहा गया तुसी क्यों रुपया रुपया कणक की आ वाटी वाटी मंगते हो लोगों के घरां विचों? अमीर बंदे धनाड़ ने, चक्को जिन्ना मर्जी धन बना लो गुरुद्वारे। बाबा जी कहन लगे धन की कोई कमी नहीं, ये तो यह है भी गरीबां की पंजी पंजी लग के जिहड़ा गुरु का घर बने उहदा आनंद वखरा है। बनाया सी हरमंदर साहब सरकार की सह ते, पर सिखां ने कहा सानू मंजूर नहीं है। संता सिंह बाबे नूं ला के सरकारी पैसा बनाता सी, पर सिखां ने ढा के दुबारे क्या कहते गुरसिखां की पंजी पंजी लगनी चाहिए, हरी का मंदिर बनना है, श्री अकाल तख्त साहब। इसी तरह बाबा जी हुण वो जिहड़े ना हर एक घर विचों गरीब का भला करन वास्ते, रब दे फकीर तुम करो भला हम भलो ना जानै, तुम सदा सदा दयाला। हुण चिड़ा ते चिड़ी घर विच रहिंदे ने, एक दाना चिड़ी चक लैंदी है, एक दाना चिड़ा चक लैंदा है। वो दाना चुक के अगे सामने किते कोई छेत्र चलदा है, लंगर चलदा है गुरु का, वो गुरु के लंगर विच पाए आउंदे ने जाके एक एक दाना। देखो मुख विच इक्को ही दाना जांदा है, पर महाराज कहंदे इक्को एक पंछी है जिहड़े अपने पल्ले नहीं कुछ बनदे। एक एक दाना चुक के वो रोज़ गुरु के लंगर विच पाए आउंदे ने। अज एक पाए, अज दो पाए, कल दो दूनी चार हो गए, अगे चार दूनी 8 हो गए, 6 कह लो 8 हो गए, गां वधदा गया कम। इस तरह जो उन्होंने घर दे विचों दान निकलना शुरू हो गया, उन्होंने दिन बदलने शुरू हो गए। दिन बदल दिंदा परमात्मा, ऐसी गल नहीं, पर जे मनुख पिछोकड़ नूं ना भुले। दिन बदल गए, चंगे 4 पैसे वधिया आ गए, उधर एक एक दाने ना पता ना लग्या, चंगी तरह उधर ढेर लग गया। गुरु के घर दे विच भोजन बन लग गया, संगत छकन लग गई। उन्होंने कहा 4 पैसे आ गए हो, करो पहले तो घर बनाओ वधिया, मकान रहन वास्ते। ये 3 चीज़ां भावे कोई बरकत तो बरकत बंदा, बरकत बंदा वो कहते हुंदे ने जिहड़ा किसी तो भी धन पदार्थ की कोई आस न रखे। उन्होंने 3 चीज़ों की लोड़ है, एक कुली, एक जुली ते एक गुली। 3 चीज़ों हर एक मनुख नूं लोड़ है। 3 चीज़ों की, कुली रहन वास्ते घर, गुली प्रशादा ते जुली उत्ते लैण वास्ते वस्त्र। 3 चीज़ों की बरकत तो बरकत बंदे नूं लोड़ है। हुण उन्होंने मकान बना लिया, ढाता जिहड़ा पुराना सी, ढा के मकान नवां बना लिया, वधिया छत पा ली, लेंटर पा लिया वधिया, पलस्तर करा लिया, फर्श फुरश लग गया चंगा वधिया, मार्बल चढ़ा लिया। वो चिड़ी चिड़ी का चक के आलना बाहर मारिया उन्होंने। जदों बाहर मारिया वो चिड़ी कहंदी लै कर ला भला, तैनूं कहा सी तुम करो भला हम भलो ना जानना। सतगुरु भला करते ने पर मनुख भला कराउणा नहीं चाहुंदा। वो कहण लग्या कोई नहीं, आपां तां दरख्त ते बैठ के ये मानो उड्डण पंखेरू बन के आपां किसी दरख्त ते बह के दिन कट लांगे। चलो इन्हां दे दिन फिर गए, घर बना लिया वधिया, परमात्मा नूं तां पहले ही नहीं सी याद करदे, फिर भुल गए, चंगे मकान विच बैठ के भुल गए। वक्ते खीर समा फिर बदलता गया, हौली 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 उत्थे ही फिर आ गया। अज वो चंगा मकान भी गया हत्थ विचों, क्योंकि जिहड़ा बीजिया सी वो मुक गया। जैसा बीजा सो लुणे कर्मा संदड़ा खेत। कहंदे जिहड़ा चंगा बीज बीजिया सी अज वो समाप्त हो गया। ते उधर फिर उस तरह गरीबी आनी शुरू हो गई। कोई रब दे फकीर लंघे जा रही सी, परिवार ने हत्थ बन के आख्या पहला साडे ते गरीबी सी, दिन बदल गए, चंगा वधिया मकान बना लिया,
ਅੱਜ ਫੇਰ ਸਾਡੇ ਘਰ ਦੇ ਵਿੱਚ ਉਸੇ ਤਰ੍ਹਾਂ ਗਰੀਬੀ ਨੇ ਆ ਕੇ ਢੇਰ ਲਾ ਲਿਆ। ਇਹਦਾ ਕਾਰਨ ਕੀ ਹੈ? ਰੱਬ ਦੇ ਫਕੀਰ ਕਹਿੰਦੇ ਪਹਿਲਾਂ ਕੱਚਾ ਮਕਾਨ ਸੀ ਤੁਹਾਡੇ ਘਰ ਦੇ ਵਿੱਚ, ਇੱਕ ਚਿੜਾ ਤੇ ਚਿੜੀ ਜਾਨਵਰ ਰਹਿੰਦੇ ਸਨ, ਉਹ ਤੁਹਾਡੇ ਘਰ ਵਿੱਚੋਂ ਇੱਕ ਇੱਕ ਦਾਣਾ ਚੁੱਕ ਕੇ ਗੁਰੂ ਕੇ ਛੇਤਰ ਵਿੱਚ ਪਾਉਂਦੇ ਸੀ। ਅਤੇ ਉਹ ਜਦੋਂ ਤੁਸੀਂ ਮਕਾਨ ਪੱਕਾ ਬਣਾ ਲਿਆ, ਚਿੜਾ ਚਿੜੀ ਦਾ ਆਲ੍ਹਣਾ ਲਾ ਕੇ ਪਰਾਂ ਮਾਰਿਆ, ਪੱਟ ਕੇ ਪਰਾਂ ਮਾਰਿਆ, ਅਤੇ ਹੁਣ ਉਹ ਤੁਹਾਡਾ ਦਾਨ ਜਿਹੜਾ ਗੁਰਦੁਆਰੇ ਮੰਦਰ ਮਸੀਤ ਚੰਗੇ ਥਾਂ 'ਤੇ ਜਾਣਾ ਤੁਹਾਡਾ ਬੰਦ ਹੋ ਗਿਆ। ਅਤੇ ਹੁਣ ਉਸੇ ਤਰ੍ਹਾਂ ਗਰੀਬੀ ਦੇ ਵਿੱਚ ਫੇਰ ਦੁਬਾਰਾ ਤੁਹਾਡਾ ਜਿਹੜਾ ਸਿਸਟਮ ਚੱਲ ਪਿਆ। ਅਤੇ ਬਸ ਫਿਰ ਉਸੇ ਤਰ੍ਹਾਂ ਸਤਿਗੁਰੂ ਜੀ ਕਹਿਣ ਲੱਗੇ ਬਈ ਉਹ ਪੁੰਨ ਦਾਨ ਜੋ ਬੀਜ ਦੇ ਸਭ ਧਰਮ ਰਾਏ ਕਹਿ ਜਾਈ। ਮਹਾਰਾਜ ਜੀ ਕਹਿਣ ਲੱਗੇ ਮਨੁੱਖ ਕੋਈ ਚੰਗਾ ਬੀਜ ਬੀਜਾ। ਗੁਰੂ ਨਾਨਕ ਦਾ ਘਰ ਹੈ, ਗੁਰੂ ਨਾਨਕ ਦੀ ਬੈਂਕ ਹੈ, ਜਿੱਥੇ ਕਦੇ 70 ਬਣਦੇ ਨਹੀਂ ਹੋਰ ਕੋਈ ਬੈਂਕ ਨਹੀਂ ਇੰਨਾ ਵਿਆਜ ਦਿੰਦੀ, ਕੋਈ ਗੁਰੂ ਨਾਨਕ ਦੇ ਘਰ ਦੀ ਬੈਂਕ ਇੰਨਾ ਵਿਆਜ ਦਿੰਦੀ ਹੈ। ਅਤੇ ਜਿਹਦੇ ਬੂਹੇ ਅੱਜ ਬੰਦ ਕਰ ਦਿੱਤੇ ਕਰੋਨਾ ਨਾਮ ਦੀ ਭਿਆਨਕ ਬਿਮਾਰੀ ਨੇ ਅੱਜ ਬੂਹੇ ਬੰਦ ਕਰਾ ਦਿੱਤੇ। ਗੁਰਦੁਆਰਿਆਂ ਦੇ, ਮੰਦਰਾਂ ਦੇ, ਮਸੀਤਾਂ ਦੇ ਬੂਹੇ ਬੰਦ ਹੋ ਗਏ, ਕਿਉਂਕਿ ਭਿਆਨਕ ਬਿਮਾਰੀ ਚੱਲ ਰਹੀ ਹੈ। ਬੰਦ ਕਰਨ ਦੀ ਉਹ ਜਿਹੜੀ ਲੋੜ ਪੈ ਗਈ ਅੱਜ, ਕੁਝ ਕੁ ਪੈ ਗਈ ਅਤੇ ਕੁਝ ਕੁ ਪਾ ਲਈ ਅਸੀਂ ਆਪਣੇ ਆਪ, ਕਿਉਂਕਿ ਗੁਰੂ ਨਾਨਕ ਦੇ ਚਰਨਾਂ ਵਿੱਚ ਆ ਕੇ ਤਾਂ ਅਸੀਂ ਅਰਦਾਸ ਕਰਨੀ, ਸੱਚੇ ਪਾਤਸ਼ਾਹ ਸਾਨੂੰ ਇਹਨਾਂ ਦੁੱਖਾਂ ਸੁੱਖਾਂ ਤੋਂ ਬਚਾ ਕੇ ਰੱਖੀ, ਦੁੱਖ ਦਾਰੂ ਸੁੱਖ ਰੋਗ ਭਇਆ। ਜਿਹੜੇ ਗੁਰੂ ਨਾਨਕ ਦੇ ਚਰਨਾਂ ਦੇ ਵਿੱਚ ਅਰਦਾਸ ਕਰਨੀ ਸੀ, ਉਹਦਾ ਦਰਵਾਜ਼ਾ ਬੰਦ ਕਰਾ ਦਿੱਤਾ ਇਸ ਭਿਆਨਕ ਬਿਮਾਰੀ ਨੇ। ਫਿਰ ਹੋਰ ਬਚਣ ਵਾਸਤੇ ਕੋਈ ਰਸਤਾ ਨਹੀਂ ਹੈ ਸਾਡੇ ਕੋਲੇ। ਪਰ ਆਓ ਆਪਣੇ ਇਤਿਹਾਸ ਨਾਲ ਉੱਥੇ ਜੋੜੋ ਖਿਆਲ। ਅੱਜ ਗੁਰੂ ਅਮਰਦਾਸ, ਤੀਸਰੇ ਗੁਰੂ ਨਾਨਕ, ਗੁਰੂ ਅੰਗਦ ਸਾਹਿਬ ਮਹਾਰਾਜ ਜੀ ਕਹਿਣ ਲੱਗੇ ਗੁਰੂ ਦੇ ਘਰ ਦੀ ਸੇਵਾ ਬੜੀ ਔਖੀ ਹੈ ਸੇਵਾ ਕਰਨੀ। ਗੁਰ ਪੀਰਾਂ ਕੀ ਚਾਕਰੀ ਮਹਾ ਕਰੜੀ ਸੁਖ ਸਾਰ। ਕਹਿੰਦੇ ਜਿਹਨੇ ਕਰ ਲਈ ਨਦਰ ਕਰੇ, ਜਿਸ ਆਪਣੀ ਤਿਸ ਲਾਏ ਹੇਤ ਪਿਆਰ। ਕਹਿੰਦੇ ਜਿਹਨੇ ਗੁਰੂ ਦੇ ਘਰ ਦੀ ਸੇਵਾ ਕਰ ਲਈ, ਉਹਨੂੰ ਫਿਰ ਨਦਰ ਗੁਰੂ ਦੀ ਹੋ ਗਈ ਅਤੇ ਉਹਨੂੰ ਸੁੱਖ ਵੀ ਅਨੇਕਾਂ ਪ੍ਰਾਪਤ ਹੋ ਗਏ। ਮਹਾਰਾਜ ਜੀ ਕਹਿੰਦੇ ਸੁੱਖ ਚਾਹੁੰਦਾ ਹੈ? ਕਹਿੰਦੇ ਜੀ ਹਾਂ। ਫਿਰ ਮਹਾਰਾਜ ਗੁਰੂ ਤੇਗ ਬਹਾਦਰ ਕਹਿੰਦੇ ਜੋ ਸੁਖ ਕੋ ਚਾਹੇ ਸਦਾ ਸ਼ਰਨ ਰਾਮ ਕੀ ਲੇਹੇ। ਗੁਰੂ ਅੰਗਦ ਸਾਹਿਬ ਮਹਾਰਾਜ ਜੀ ਕਹਿਣ ਲੱਗੇ ਗੁਰੂ ਅਮਰਦਾਸ ਸਮਾਜ ਨੂੰ ਸੇਵਾ ਬੜੀ ਔਖੀ ਹੈ, ਪਰ ਜਦੋਂ ਤੁਸੀਂ ਕਰ ਲਈ, ਹੁਣ ਜਿਸ ਘਰ ਦੇ ਵਿੱਚ ਤੁਸੀਂ ਆ ਗਏ, ਇੱਥੇ ਸੁੱਖ ਕਿੰਨੇ ਕਿੰਨੇ, ਹੋਰ ਕਿਤੇ ਸੁੱਖ ਨਹੀਂ ਹੈ, ਇਸ ਘਰ ਦੇ ਵਿੱਚ ਹੀ ਸੁੱਖ ਹੈ। ਸੁੱਖ ਸਤਿਗੁਰ ਸ਼ਰਨੀ ਨੀ ਜਿੰਦੜੀਏ ਹੋਰ ਕਿਤੇ ਸੁੱਖ ਨਹੀਂ। ਸੁੱਖ ਸਤਿਗੁਰ ਸ਼ਰਨੀ ਨੀ ਜਿੰਦੜੀਏ ਹੋਰ ਕਿਤੇ ਸੁੱਖ ਨਹੀਂ। ਸੁੱਖ ਨਾਈ ਬੋਲੋ ਇਹੋ ਬਾਬਾ ਜੀ। ਸੇਵਾ ਤਾਂ ਜਿਹੜੀ ਉਹ ਜਵਾਨ ਅਵਸਥਾ ਵਿੱਚ ਹੁੰਦੀ ਹੈ। ਬਾਲ ਜਵਾਨੀ ਅਰ ਬਿਰਧ ਫੁਨ ਤੀਨ ਅਵਸਥਾ ਜਾਨ। ਤੁਹਾਡੀਆਂ ਦੋ ਤਾਂ ਅਵਸਥਾ ਲੰਘ ਗਈਆਂ, ਬਚਪਨ ਤੁਹਾਡਾ ਲੰਘ ਗਿਆ, ਜਵਾਨੀ ਤੁਹਾਡੀ ਲੰਘ ਗਈ, ਹੁਣ ਤੁਸੀਂ ਬੁਢਾਪੇ ਵਿੱਚ ਆ ਗਏ। 60 ਕੇ ਬੁਢਾਪਾ ਆਵੇ, ਕਹਿੰਦੇ 60 ਸਾਲ ਦੀ ਅਵਸਥਾ ਤੁਹਾਡੀ ਹੋ ਗਈ। ਬਾਬਾ ਸੇਵਾ ਬੜੀ ਔਖੀ ਹੈ ਗੁਰੂ ਦੇ ਘਰ ਦੀ ਕਰਨੀ। ਸੱਚੇ ਪਾਤਸ਼ਾਹ ਮੈਨੂੰ ਪਤਾ ਹੈ ਸੇਵਾ ਕਰਨੀ ਔਖੀ ਹੈ, ਮੈਥੋਂ ਨਹੀਂ ਹੋਣੀ ਸੇਵਾ। ਬਾਬਾ ਫਿਰ ਤੂੰ ਆਇਆ ਕਿਉਂ ਆ ਜੇ ਤੈਨੂੰ ਪਤਾ ਹੈ ਸੇਵਾ ਨਹੀਂ ਹੋਣੀ। ਸੱਚੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਜੀ ਨੇ ਗੁਰੂ ਅੰਗਦ ਸਾਹਿਬ ਮਹਾਰਾਜ ਦੇ ਚਰਨ ਫੜ ਲਏ। ਰਿਸ਼ਤੇਦਾਰੀ ਤੌਰ 'ਤੇ ਕੁੜਮ ਲੱਗਦੇ ਨੇ, ਪਰ ਵਾਰ-ਵਾਰ ਕਹਿ ਰਹੇ ਨੇ ਕਰੀਏ ਜੀ ਤੇਰੀ ਸੇਵਾ ਜੇ ਆਪ ਕਰਾਵੇਂ ਤੂੰ। ਕਰੀਏ ਤੇਰੀ ਸੇਵਾ ਆਪ ਕਰਾਵੇਂ ਤੂੰ।
ਮਹਾਰਾਜ ਮੈਨੂੰ ਪਤਾ ਹੈ ਸੇਵਾ ਨਹੀਂ ਹੋਣੀ, ਭਾਵੇਂ ਮੈਂ ਵਡੇਰੀ ਉਮਰ ਵਿੱਚ ਹੋ ਗਿਆ, ਪਰ ਪਿੰਗਲ ਪਰਬਤ ਪਾਰ ਪਰੇ ਖਲ ਚਤਰ ਬਕੀਤਾ, ਅੰਦਲੇ ਤਿਰ ਭਵਨ ਸੂਝਿਆ ਗੁਰ ਭੇਟ ਪਨੀਤਾ, ਮਹਿਮਾ ਸਾਧੂ ਸੰਗ ਕੀ ਸੁਣੋ ਮੇਰੇ ਮੀਤਾ। ਸੱਚੇ ਪਾਤਸ਼ਾਹ ਮੈਨੂੰ ਪਤਾ ਹੈ ਮੇਰੀ ਉਮਰ ਵਡੇਰੀ ਹੈ, ਮੈਥੋਂ ਸੇਵਾ ਨਹੀਂ ਹੋਣੀ, ਪਰ ਜੇ ਤੇਰੀ ਮਿਹਰ ਹੋ ਜਾਵੇ, ਨਾਦਰ ਕਰੇ ਜਿਸ ਆਪਣੀ ਤਿਸ ਲਾਏ ਹੇਤ ਪਿਆਰ। ਜੇ ਸੱਚੇ ਪਾਤਸ਼ਾਹ ਤੇਰੀ ਨਾਦਰ ਹੋਗੀ ਮੇਰੇ ਤੇ, ਫਿਰ ਤੂੰ ਸੇਵਾ ਲੈ ਵੀ ਲਏਗਾ, ਮੈਨੂੰ ਇਹ ਵੀ ਪਤਾ ਹੈ। ਸਾਰੀਆਂ ਗੱਲਾਂ ਕਰ ਲੀਆਂ। ਮਹਾਰਾਜ ਗੁਰੂ ਅੰਗਦ ਸਾਹਿਬ ਮਹਾਰਾਜ ਕਹਿਣ ਲੱਗੇ, ਬਾਬਾ ਉਹ ਮੈਂ ਤਾਂ ਤੇਰੇ ਨਾਲ ਮਿਲਣੀ ਕਰਨ ਵਾਸਤੇ ਆਇਆ, ਤੂੰ ਮੇਰਾ ਕੁੜਮ ਹੈ। ਗੁਰੂ ਅੰਗਦ ਸਾਹਿਬ ਮਹਾਰਾਜ ਦੇ ਚਰਨਾਂ ਵਿੱਚ ਗੁਰੂ ਅਮਰਦਾਸ ਮਹਾਰਾਜ, ਬਾਬਾ ਅਮਰਦਾਸ ਚਰਨ ਫੜੀ ਪਏ ਨੇ। ਸੱਚੇ ਪਾਤਸ਼ਾਹ ਇਹ ਸੇਵਾਦਾਰਾਂ ਨੂੰ ਸਾਰਿਆਂ ਨੂੰ ਪਾਸੇ ਕਰ ਦਿਓ, ਇਹ ਕੰਬਲ ਪਾਸੇ ਕਰ ਦਿਓ, ਜਿੰਨਾ ਮਿਲਣੀ ਦਾ ਸਮਾਨ ਲੈ ਕੇ ਆਓ ਸਾਰਾ ਇੱਕ ਪਾਸੇ ਕਰ ਦਿਓ। ਮੈਂ ਤਾਂ ਨਾ ਤੁਹਾਡੇ ਦਰ ਦਾ ਹਮ ਕੂਕਰ, ਤੇਰੇ ਦਰਬਾਰ ਭੌਕੈ ਆਗੈ ਬਦਨ ਪਸਾਰ। ਸੱਚੇ ਪਾਤਸ਼ਾਹ ਮੈਂ ਤਾਂ ਤੇਰੇ ਦਰ ਦਾ ਕੂਕਰ ਬਣ ਕੇ ਆਇਆ, ਮੈਨੂੰ ਹੁਣ ਆਪਣੇ ਦਰ ਦਾ ਕੂਕਰ ਬਣਾ ਕੇ ਰੱਖ ਲਓ। ਜਦੋਂ ਇੰਨੀ ਬੈਰਾਗ ਦੀ ਅਵਸਥਾ ਦੇਖੀ ਗੁਰੂ ਅਮਰਦਾਸ ਮਹਾਰਾਜ ਦੀ, ਗੁਰੂ ਅੰਗਦ ਸਾਹਿਬ ਮਹਾਰਾਜ ਅੱਗੇ ਅੱਗੇ ਤੁਰ ਪਏ ਤੇ ਪਿੱਛੇ ਪਿੱਛੇ ਗੁਰੂ ਅਮਰਦਾਸ ਮਹਾਰਾਜ, ਤੀਸਰੇ ਗੁਰੂ ਨਾਨਕ ਤੁਰੇ ਜਾਂਦੇ ਨੇ। ਸੰਗਤ ਜਾਂਦੀ ਹੈ, ਬੀਬੀ ਅਮਰੋ ਜਾਂਦੀ ਹੈ ਨਾਲ, ਤੇ ਧੰਨ ਸ਼੍ਰੀ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਜਾ ਕੇ ਤਖਤਾਂ 'ਤੇ ਬੈਠੇ। ਗੁਰੂ ਅਮਰਦਾਸ ਮਹਾਰਾਜ ਜੀ ਸਾਹਮਣੇ ਬੈਠ ਕੇ ਹੱਥ ਬੰਨ੍ਹ ਲਏ। ਸੱਚੇ ਪਾਤਸ਼ਾਹ ਕਿਰਪਾ ਕਰ ਦਿਓ, ਮੇਰੀ ਝੋਲੀ ਵਿੱਚ ਸੇਵਾ ਪਾ ਦਿਓ। ਸਤਿਗੁਰ ਕੀ ਸੇਵਾ ਸਫਲ ਹੈ, ਜੇ ਕੋ ਕਰੇ ਚਿੱਤ ਲਾਏ। ਗੁਰੂ ਅੰਗਦ ਸਾਹਿਬ ਮਹਾਰਾਜ ਜੀ ਕਹਿਣ ਲੱਗੇ, ਬਾਬਾ ਫਿਰ ਤੂੰ ਦੇਖ ਲੈ ਸੇਵਾ ਜਿਹੜੀ ਤੈਨੂੰ ਵਧੀਆ ਲੱਗਦੀ ਹੈ। ਗੁਰੂ ਘਰ ਦੇ ਵਿੱਚ ਤਾਂ ਸੇਵਾ ਦੇ ਭੰਡਾਰ ਖੁੱਲ੍ਹੇ ਨੇ, ਜਿੱਥੇ ਤੂੰ ਸੇਵਾ ਕਰੇਂਗਾ, ਜਿਹੋ ਜੀ ਸੇਵਾ ਕਰੇਂਗਾ, ਜਿਹੋ ਜੀ ਭਾਵਨਾ ਦੇ ਨਾਲ ਸੇਵਾ ਕਰੇਂਗਾ, ਉਹੀ ਜੀ ਤੇਰੀ ਭਾਵਨਾ ਗੁਰੂ ਨੇ ਪੂਰੀ ਕਰ ਦੇਣੀ ਹੈ, ਗੁਰੂ ਨਾਨਕ ਨੇ। ਹੁਣ ਬਾਬਾ ਅਮਰਦਾਸ ਸੇਵਾ ਕਿਹੜੀ ਕਰਦਾ ਹੈ? ਮਹੀਨਾ ਕਿਹੜਾ ਚੱਲਦਾ ਹੈ? ਆਹੀ ਮਹੀਨਾ ਚੱਲਦਾ ਗਰਮੀ ਦਾ। ਗੁਰੂ ਜੀ ਨੇ ਗੁਰਬਾਣੀ ਅੰਦਰ ਫਰਮਾਨ ਕਰਕੇ ਉਦਾਹਰਨ ਦੇ ਦੇ ਕੇ ਗੱਲ ਆਖੀ ਹੈ। ਬਾਬੇ ਅਮਰਦਾਸ ਨੇ ਪਹਿਲਾਂ ਲੰਗਰ ਵਿੱਚ ਸੇਵਾ ਕਰੀ, ਫਿਰ ਦਿਨੇ ਸਾਰਾ ਦਿਨ ਸੇਵਾ ਕਰਦੇ ਆ, ਰਾਤ ਨੂੰ ਸੰਗਤ ਬਰਾਜ ਜਾਂਦੀ ਹੈ, ਜਦੋਂ ਨਾ ਆਰਾਮ ਕਰਦੀ ਹੈ। ਬਾਬਾ ਅਮਰਦਾਸ ਹੱਥ ਵਾਲੇ ਪੱਖਾ ਹੁੰਦਾ, ਪਹਿਲਾਂ ਵੱਡਾ ਪੱਖਾ ਹੱਥ ਵਾਲਾ, ਇਸ ਤਰ੍ਹਾਂ ਬਾਬੇ ਅਮਰਦਾਸ ਨੇ ਪੱਖਾ ਚੁੱਕ ਲੈਣਾ, ਸੁੱਤੀ ਪਈ ਸੰਗਤ ਨੂੰ ਪੱਖੇ ਦੀ ਝੱਲ ਮਾਰਨੀ, ਨਾਲੇ ਕਹਿਣਾ ਪੱਖਾ ਫੇਰੀ ਪਾਣੀ ਢੋਵਾ, ਹਰ ਜਨ ਕੈ ਪੀਸਣ ਪੀਸ ਕਮਾਵਾ, ਨਾਨਕ ਕੀ ਪ੍ਰਭ ਪਾਸ ਬਨੰਤੀ, ਤੇਰੇ ਜਨ ਦੇਖਣ ਪਾਵਾਂ। ਸੱਚੇ ਪਾਤਸ਼ਾਹ ਮੈਥੋਂ ਨਹੀਂ ਸੇਵਾ ਹੋਣੀ, ਤੇ ਧੰਨ ਬਾਬਾ ਅਮਰਦਾਸ ਪੱਖਾ ਫੇਰਦਾ, ਨਾਲੇ ਕਹਿੰਦਾ ਧੰਨ ਗੁਰੂ ਅਮਰਦਾਸ ਮਹਾਰਾਜ, ਧੰਨ ਗੁਰੂ ਅੰਗਦ ਸਾਹਿਬ ਮਹਾਰਾਜ, ਕਿਰਪਾ ਕਰ ਦਿਓ। ਤੇ ਪਿਆਰ ਵਿੱਚ ਹੱਥ ਬੰਨ੍ਹ ਕੇ ਕਹਿੰਦਾ, ਪਿਆਰੇ ਜੀ ਸਤਿਗੁਰ ਤੇਰੀ ਸੰਗਤਾਂ ਦਾ, ਪਿਆਰੇ ਜੀ ਸਤਿਗੁਰ ਜੀ ਤੇਰੀਆਂ ਸੰਗਤਾਂ ਦਾ, ਤੇਰੀਆਂ ਸੰਗਤਾਂ ਦਾ, ਪਿਆਰੇ ਜੀ ਪੱਖਾ ਫੇਰਾਂ ਤੇ ਪਾਣੀ ਢੋਵਾ, ਸਤਿਗੁਰ ਤੇਰੀਆਂ ਸੰਗਤਾਂ ਦਾ। ਉਹ ਪੱਖਾ ਫੇਰਾਂ ਤੇ ਪਾਣੀ ਢੋਵਾ, ਸਤਿਗੁਰ ਤੇਰੀਆਂ ਸੰਗਤਾਂ ਦਾ। ਬੋਲੋ ਬੋਲੋ ਢੋਵਾ ਤੇਰੀਆਂ ਸੰਗਤਾਂ ਦਾ, ਪੱਖਾ
ਲੇਖਾ ਫੇਰਾਂ ਤੇ ਪਾਣੀ ਢੋਵਾ। ਸੇਵਾ ਕਰਨ ਵਾਸਤੇ ਮਹਾਰਾਜ ਜੀ ਕਹਿੰਦੇ ਪਹਿਲਾਂ ਗੁਰੂ ਨਾਨਕ ਦੇ ਘਰ 'ਚੋਂ ਦਵਾਈ ਲੈਣੀ ਪੈਂਦੀ ਹੈ, ਫਿਰ ਸੇਵਾ ਹੁੰਦੀ ਹੈ। ਗੁਰੂ ਨਾਨਕ ਦੇ ਘਰ ਦੇ ਵਿੱਚੋਂ ਦਵਾਈ ਲੈਣੀ ਪੈਂਦੀ ਹੈ। ਕਾਹਦੀ? ਇੱਕ ਲੋਕ ਇਲਾਜ, ਇੱਕ ਵੇਦ ਇਲਾਜ, ਇੱਕ ਕੁੱਲ ਇਲਾਜ। ਇਹ ਤਿੰਨ ਬਿਮਾਰੀਆਂ ਨੇ। ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਆ ਕੇ ਤਿੰਨੇ ਬਿਮਾਰੀਆਂ ਦੀ ਦਵਾਈ ਲਓ। ਮਹਾਰਾਜ ਜੀ ਕਹਿਣਗੇ ਲੈ ਆ ਤੈਨੂੰ ਨਾਮ ਦੀ ਤੇ ਸਰਬ ਰੋਗ ਕਾ ਔਖਦ ਨਾਮ। ਮਹਾਰਾਜ ਜੀ ਕਹਿੰਦੇ ਕਿ ਤੈਨੂੰ ਤਿੰਨੇ ਬਿਮਾਰੀਆਂ ਦੀ ਦਵਾਈ ਦੇਤੀ, ਤਿੰਨੇ ਬਿਮਾਰੀਆਂ ਤੇਰੀਆਂ ਦੂਰ ਹੋ ਗਈਆਂ, ਹੁਣ ਤੂੰ ਬੇਫਿਕਰ ਹੋ ਕੇ ਸੇਵਾ ਕਰ। ਮਹਾਰਾਜ ਜੀ ਕਹਿਣ ਲੱਗੇ ਜੇ ਤਿੰਨਾਂ ਚੋਂ ਇੱਕ ਵੀ ਬਿਮਾਰੀ ਲੱਗੀ ਹੈ ਫਿਰ ਵੀ ਕਰੀ ਜਾਈ ਸੇਵਾ ਭਾਵੇਂ, ਪਰ ਤੇਰੀ ਪ੍ਰਵਾਨ ਨਹੀਂ ਹੋਣੀ। ਲੋਕ ਲਾਜ ਜੇ ਸੇਵਾ ਕਰਦਾ ਹੋਇਆ ਮਨੁੱਖ, ਕਹਿੰਦੇ ਕਿਤੇ ਨੇ ਦੇਖ ਵੀ ਲਿਆ ਸਾਡੇ ਕੋਈ ਗੁਆਂਢੀ ਆ ਗਿਆ, ਸਾਡਾ ਕੋਈ ਰਿਸ਼ਤੇਦਾਰ ਆ ਗਿਆ, ਤੇ ਮਨੁੱਖ ਸੇਵਾ ਕਰਦਾ ਹੈ, ਝਾੜੂ ਫੇਰਦਾ ਹੈ, ਭਾਂਡੇ ਮਾਂਜਦਾ ਹੈ। ਉਹਨੇ ਆ ਕੇ ਕਹਿਤਾ ਓਏ ਇੱਥੇ ਤੂੰ ਆ ਭਾਂਡੇ ਮਾਂਜਦਾ ਫਿਰਦਾ ਹੈ? ਕਹਿੰਦੇ ਉਧਰੋਂ ਉਹਨੇ ਕਹਿਤਾ ਵੀ ਹਾਂ ਚੱਲ ਵਿਹਲੇ ਸੀ ਲੱਗ ਗਏ। ਜਦ ਦੇਖਣ ਸਾਰ ਹਟ ਜਾਣਾ, ਇਹਨੂੰ ਕਹਿੰਦੇ ਨੇ ਲੋਕ ਲਾਜ। ਜਦ ਮੈਨੂੰ ਆ ਸਾਡਾ ਗਵਾਂਢੀ ਕਹੂਗਾ ਲੈ ਵੱਡਾ ਗੁਰਦੁਆਰੇ ਭਾਂਡੇ ਮਾਂਜਣ ਵਾਲਾ ਆਇਆ, ਜੇ ਕੋਲ ਦੀ ਭਾਵੇਂ ਕੁਛ ਵੀ ਕੋਈ ਵੀ ਲੰਘ ਜਾਵੇ ਤੇ ਸੇਵਾ ਦੇ ਵਿੱਚ ਮਗਨ ਹੋ ਗਿਆ, ਸੁਰਤ ਉੱਥੇ ਜੁੜ ਗਈ। ਮਹਾਰਾਜ ਜੀ ਕਹਿੰਦੇ ਫਿਰ ਲੋਕ ਲਾਜ ਤੋਂ ਮਨੁੱਖ ਪਾਸੇ ਹੋ ਜਾਂਦਾ ਹੈ। ਫਿਰ ਹੈ ਵੇਦ ਲਾਜ, ਤੇ ਤੀਸਰਾ ਹੈ ਕੁੱਲ ਲਾਜ। ਸਾਡੀ ਕੁੱਲ ਦਾ ਬੰਦਾ ਸੇਵਾ ਕਰਦਾ, ਸਾਡਾ ਪੁੱਤਰਾ, ਸਾਡਾ ਪੋਤਰਾ, ਸਾਡਾ ਪੁੱਤਰ ਸੇਵਾ ਕਰਦਾ। ਜਾਂ ਦੂਜੇ ਪਾਸੇ ਨੂੰ ਮੁੜ ਜਾਓ, ਸਾਡੇ ਦਾਦੇ ਨੇ ਸੇਵਾ ਕਰੀ, ਸਾਡੇ ਪਿਤਾ ਨੇ ਸੇਵਾ ਕਰੀ, ਸਾਡੇ ਪੜਦਾਦੇ ਨੇ ਸੇਵਾ ਕਰੀ। ਉਹਨਾਂ ਨੂੰ ਵੇਖ ਕੇ ਰੰਗ ਲੱਗ ਜਾਣਾ, ਸਾਡੇ ਪਿਤਾ ਨੇ ਇੰਨੀ ਕੁ ਸੇਵਾ ਕਰੀ, ਸਾਡੇ ਦਾਦੇ ਨੇ ਇੰਨੀ ਕੁ ਸੇਵਾ ਕਰੀ। ਉਹ ਮਨਾ ਉਹਨਾਂ ਨੇ ਸੇਵਾ ਕਰੀ, ਉਹਨਾਂ ਨੇ ਆਹ ਖੱਟੀ ਖੱਟ ਲਈ ਤੇ ਤੂੰ ਵੀ ਸੇਵਾ ਕਰਕੇ ਵੇਖ। ਮਹਾਰਾਜ ਜੀ ਕਹਿੰਦੇ ਤਿੰਨੇ ਗੱਲਾਂ ਦੀ ਤੂੰ ਦਵਾਈ ਲੈ ਲਾ ਗੁਰੂ ਨਾਨਕ ਦੇ ਘਰ ਦੇ ਵਿੱਚ, ਤੇ ਫੇਰ ਦੇਖੀ ਤੇਰਾ ਭਲਾ ਹੋ ਜਾਣਾ ਆਪਣੇ ਆਪ। ਤੇ ਹੁਣ ਤਿੰਨੇ ਇਹ ਜਿਹੜੀਆਂ ਲਾਜਾਂ ਛੱਡ ਦਿੱਤੀਆਂ ਗੁਰੂ ਅਮਰਦਾਸ ਮਹਾਰਾਜ ਜੀ ਨੇ। ਹੁਣ ਭਾਂਡੇ ਮਾਂਜਦੇ ਨੇ, ਤੇ ਪਹਿਲਾਂ ਤਾਂ ਦਿਨੇ ਸੇਵਾ ਕਰਦੇ ਨੇ, ਰਾਤ ਨੂੰ ਪੱਖਾ ਝੱਲਦੇ ਨੇ, ਤੇ ਨੀਂਦ ਵੀ ਜਿਹੜੀ ਆ ਉਹ ਸਾਰੀ ਚਲੀ ਗਈ। ਜਦੋਂ ਮਨੁੱਖ ਤੀਜੀ ਜਾਂ ਚੌਥੀ ਭੂਮਿਕਾ ਵਿੱਚ ਚਲਿਆ ਜਾਂਦਾ ਨਾ, ਇਹ ਅੱਡੋਡੀ ਮਾਰਗ ਨੇ, ਅਵਸਥਾ ਹੈ। ਜਿਵੇਂ 9 ਮੰਜ਼ਲਾਂ ਨੇ, ਮਹਾਰਾਜ ਜੀ ਕਹਿੰਦੇ 9 ਦੁਆਰੇ ਸਾਧ ਸਾਧ ਕਹਾਇਆ। ਕਹਿੰਦੇ ਜਿਹਨੇ 9 ਦੁਆਰੇ ਜਿੱਤ ਲਏ, ਕਹਿੰਦੇ ਉਹ ਸਾਧ ਹੈ ਅਸਲ। ਜਿਹਨੇ 9 ਦੁਆਰਿਆਂ ਉੱਤੇ ਕਾਬੂ ਪਾ ਲਿਆ। ਇਸੇ ਤਰ੍ਹਾਂ ਮੰਜ਼ਲਾਂ ਨੇ, ਪਹਿਲਾਂ ਜਦੋਂ ਮੰਜ਼ਲਾਂ ਮਨੁੱਖ ਪਾਰ ਕਰਦਾ ਜਾਂਦਾ, ਫਿਰ ਅੱਗੇ ਭੂਮਿਕਾ ਸ਼ੁਰੂ ਹੋ ਜਾਂਦੀ ਹੈ। ਪਹਿਲੀ ਭੂਮਿਕਾ, ਦੂਜੀ ਭੂਮਿਕਾ, ਤੀਜੀ ਭੂਮਿਕਾ, ਫਿਰ 6 ਭੂਮਿਕਾ ਨੇ, 6 ਭੂਮਿਕਾ ਤੱਕ ਜਾਂਦਾ ਹੈ। ਜਦੋਂ 6ਵੀਂ ਭੂਮਿਕਾ ਵਿੱਚ ਮਨੁੱਖ ਚਲੇ ਜਾਂਦਾ, ਫਿਰ ਉਹਨੂੰ ਸੁੱਧ ਬੁੱਧ ਨਹੀਂ ਰਹਿੰਦੀ ਹੈ। ਹੁਣ ਤੁਸੀਂ ਕਹੋਗੇ ਜਿਸ ਬੰਦੇ ਨੂੰ ਸੁੱਧ ਬੁੱਧ ਨਹੀਂ, ਉਹ ਮਨੁੱਖ ਦਾ ਕੀ ਫਾਇਦਾ? ਇਹ ਵੀ ਇੱਕ ਅਵਸਥਾ ਹੈ। ਪਰਮਾਤਮਾ ਦੇ ਘਰ ਦਾ ਉਹਨੂੰ ਗਿਆਨ ਹੈ, ਦੁਨਿਆਵੀ ਜਿਹੜੀ ਉਹ ਸ਼ੁੱਧ ਬੁੱਧ ਨਹੀਂ ਹੁੰਦੀ। ਉਹ ਦੁਨਿਆਵੀ ਸ਼ੁੱਧ ਬੁੱਧ ਤੋਂ ਇੱਕ ਪਾਸੇ ਹੋ ਜਾਂਦਾ ਹੈ। ਰੋਟੀ ਨਹੀਂ ਭਾਵ ਆਪ ਤੋਂ ਖਾਧੀ ਜਾਂਦੀ, ਕੱਪੜਾ ਆਪ ਤੋਂ ਨਹੀਂ ਪਾਇਆ ਜਾਂਦਾ। ਉਹ 6ਵੀਂ ਭੂਮਿਕਾ ਵਿੱਚ ਕੌਣ ਸਨ? ਬੜੇ ਬੀਤ ਰਾਗ ਮਹਾਂਪੁਰਖ ਹੋਏ ਨੇ। ਉਹ ਸਨ ਸੰਤ ਬਾਬਾ ਮਹਿੰਦਰ ਸਿੰਘ ਜੀ ਜਰਗ ਵਾਲੇ ਮਹਾਂਪੁਰਖ, ਜਿਹੜੇ ਭਾਵੇਂ ਫੜ ਕੇ ਸੇਵਾਦਾਰਾਂ ਲੈ ਕੇ ਆਉਣਾ ਉਹਨਾਂ ਨੂੰ, ਪਰ ਫਿਰ ਵੀ ਉਹਨਾਂ ਨੇ ਜਦੋਂ ਬਾਬਾ ਜੀ ਮਿਲਣ ਵਾਸਤੇ ਗਏ, ਇੱਕ ਵਾਰ ਦਾ ਜ਼ਿਕਰ ਹੈ ਜਰਗ, ਉਹਨਾਂ ਨੂੰ ਸੁੱਧ ਬੁੱਧ ਕੁਛ ਨਾ, ਸੇਵਕਾਂ ਨੇ ਬਸਤਰ ਬਦਲਨੇ, ਰੋਟੀ ਖਵਾਉਣੀ, ਜੇ ਖਵਾਤੀ ਤਾਂ ਠੀਕ ਹੈ, ਨਹੀਂ ਆਪਣੀ ਮੌਜ ਵਿੱਚ ਬੈਠੇ ਰਹਿੰਦੇ।
ਜਦੋਂ ਮੱਥਾ ਟੇਕਿਆ ਬਾਬਾ ਜੀ ਨੇ ਜਾ ਕੇ, ਸੰਤ ਬਾਬਾ ਨਰੈਣ ਸਿੰਘ ਮੋਹਨੀ ਜੀ ਮਹਾਂਪੁਰਖਾਂ ਨੇ, ਬਾਬਾ ਭੁਪਿੰਦਰ ਸਿੰਘ ਨੇ ਕਿਹਾ ਜੀ ਮੋਹਾਲੀ ਵਾਲੇ ਸੰਤ ਆਏ ਨੇ, ਤਪਤਰਾਜ ਤੋਂ ਆਏ ਨੇ ਬਾਬਾ ਜੀ। ਬੈਠੇ ਸੀ ਆਪਣੇ ਆਸਣ 'ਤੇ, 6ਵੀਂ ਭੂਮਿਕਾ ਵਿੱਚ ਸੀ। ਉੱਥੇ ਬੈਠਿਆਂ ਨੇ ਹੱਥ ਮਾਰ ਕੇ ਇਸ ਤਰ੍ਹਾਂ ਆਪਣੇ ਪੱਟ ਉੱਤੇ ਕਹਿਣ ਲੱਗੇ, ਘੁਲਣਾ ਤੈਂ, ਦੇਖੋ ਉਮਰ ਕਿੱਡੀ ਵੱਡੀ ਹੋਈ ਪਈ ਹੈ, 6ਵੀਂ ਭੂਮਿਕਾ ਵਿੱਚ ਹੈ। ਫਿਰ ਸਾਨੂੰ ਬਸ ਬਾਬਾ ਜੀ ਨੇ ਦੱਸਿਆ, ਭਾਈ ਕਹਿੰਦੇ ਹੁਣ ਇਹ ਆਪਣੀ ਅਵਸਥਾ ਤੋਂ ਅੱਗੇ ਲੰਘੇ ਪਏ ਨੇ। ਮਹਾਰਾਜ ਜੀ ਹੁਣ ਕੀ ਘੁਲਣਾ, ਹੁਣ ਤਾਂ ਤੁਸੀਂ ਸਾਨੂੰ ਕਿਰਪਾ ਕਰ ਦਿਓ। ਦੇਹੋ ਨਾਮ ਸੰਤੋਖੀਆ, ਉਤਰੇ ਮਨ ਕੀ ਭੁੱਖ। ਹੁਣ ਤਾਂ ਮੈਨੂੰ ਨਾਮ ਦੀਆਂ ਦਾਤਾਂ ਦੇ ਦਿਓ। ਇਸ ਕਰਕੇ ਕਹਿਣ ਤੋਂ ਭਾਵ ਫਿਰ ਭਾਂਡੇ ਮਾਂਜਣ ਲੱਗ ਜਾਣਾ। ਗੁਰੂ ਅਮਰਦਾਸ ਮਹਾਰਾਜ ਨੇ ਇੱਕ ਇੱਕ ਭਾਂਡੇ ਨੂੰ ਕਿੰਨਾ ਕਿੰਨਾ ਸਮਾਂ ਲਾ ਦੇਣਾ। ਫਿਰ ਗੁਰੂ ਕੇ ਲੰਗਰਾਂ ਵਾਸਤੇ ਲੱਕੜਾਂ, ਐਂ ਸੇਵਾ ਵਧਾਉਂਦੇ ਗਏ। ਭਾਵ ਪਹਿਲਾਂ ਇੱਕ ਦਿਨ ਜਿਹੜਾ ਉਹ ਦਿਨੇ ਸੇਵਾ, ਲੰਗਰ ਵਿੱਚ ਸੇਵਾ ਕਰਨੀ, ਫਿਰ ਰਾਤ ਨੂੰ ਸੰਗਤਾਂ ਨੂੰ ਪੱਖਾ ਚੱਲਣਾ, ਫਿਰ ਦਿਨੇ ਮੈਂ ਅਰਜ਼ ਕਰਦਾ ਸੀ ਜਿਹੜੇ ਇਸ ਅਵਸਥਾ ਦੇ ਮਾਲਕ ਬਣ ਜਾਣ ਨਾ, ਅਵਸਥਾ ਹੈ ਡੋਡੀ। ਕਹਿੰਦੇ ਕੇਵਲ ਉਹਨਾਂ ਨੂੰ ਫਿਰ ਉਹ ਅਵਸਥਾ ਵਿੱਚ ਜਾ ਕੇ 5 ਮਿੰਟ, 24 ਘੰਟਿਆਂ ਵਿੱਚ 5 ਮਿੰਟ ਨੀਂਦ ਆਉਂਦੀ ਹੈ, ਬਸ 5 ਮਿੰਟਾਂ ਵਿੱਚ ਉਹਨਾਂ ਦੀ ਨੀਂਦ ਪੂਰੀ ਹੋ ਜਾਂਦੀ ਹੈ। ਅਤੇ ਡਾਕਟਰ ਅੱਜ ਕੀ ਕਹਿੰਦੇ ਨੇ, ਸਿਆਣੇ ਬੰਦੇ ਨੂੰ 6 ਘੰਟੇ ਸੌਣਾ ਚਾਹੀਦਾ, ਬੱਚੇ ਨੂੰ ਜਿਹੜਾ ਨਾ ਉਹ 8 ਘੰਟੇ ਸੌਣਾ ਚਾਹੀਦਾ। ਸੰਤ ਬਾਬਾ ਸੰਤੋਖ ਸਿੰਘ ਜੀ ਹੁੰਦੇ ਚੀਮਾ ਸਾਹਿਬ, ਨਾਨਕਸਰ ਚੀਮਾ, ਸੰਤ ਅਤਰ ਸਿੰਘ ਮਹਾਰਾਜ ਜੀ ਦਾ, ਉਹਨਾਂ ਦੇ ਹੱਥ ਵਿੱਚ ਖੂੰਡਾ ਫੜਿਆ ਹੁੰਦਾ, ਗਰਾਈ ਕਰਦੇ ਹੁੰਦੇ, ਛੋਟੇ ਛੋਟੇ ਨਾਲ ਹੁੰਦੇ। ਦੁਪਹਿਰ ਦਾ ਪ੍ਰਸ਼ਾਦਾ ਛਕਦੇ ਉਹ ਕਿਸੇ ਦੇ ਘਰ ਨਾ, ਅਤੇ 5 ਮਿੰਟ ਤਾਂ ਉਹ ਸਿੱਧੇ ਪੈਂਦੇ, 5 ਮਿੰਟ ਇਸ ਤਰ੍ਹਾਂ ਅਤੇ 5 ਮਿੰਟ ਇਸ ਤਰ੍ਹਾਂ, 15 ਮਿੰਟ ਪੈਂਦੇ। 15 ਮਿੰਟਾਂ ਤੋਂ ਬਾਅਦ ਉੱਠ ਕੇ ਖੜੇ ਹੋ ਜਾਂਦੇ, ਚਲੋ ਬਈ ਆਪਾਂ ਤਿਆਰ ਪਰ ਤਿਆਰ ਹੈ। ਭਾਵ ਇਹ ਵੀ ਇੱਕ ਅਵਸਥਾ ਹੈ। ਅਤੇ ਨਹੀਂ ਤਾਂ ਅੱਜ ਮਨੁੱਖ ਬੜੇ ਐਸੇ ਨੇ ਜਿਹੜੇ ਕਹਿੰਦੇ ਸਾਡੀ ਨੀਂਦ ਨਹੀਂ ਪੂਰੀ ਹੁੰਦੀ, ਸਾਡਾ ਇਉਂ ਨਹੀਂ ਪੂਰਾ ਹੁੰਦਾ। ਫਿਰ ਜਦੋਂ ਬੰਦਾ ਇਸ ਤਰ੍ਹਾਂ ਪੜ੍ਹਾਈ ਕਰਦਾ ਇਸ ਮੰਜ਼ਿਲ ਉੱਤੇ ਜਾਂਦਾ ਨੇ, ਫਿਰ ਜਾ ਕੇ ਪਤਾ ਲੱਗਦਾ ਵੀ ਹਾਂ ਦੱਦਾ ਆਖੇ ਦੂਰ ਬੜੀ ਮੰਜ਼ਿਲ ਫਕੀਰਾਂ ਵਾਲੀ। ਉਹ ਲੋਕਾਂ ਨੂੰ ਕੀ ਪਤਾ ਕਿੱਥੇ ਫਕਰ ਬਰਾਜ ਦੇ, ਸੁਣ ਤੇ ਸਮਾਧ ਲੱਗੀ ਨਾਲ ਪਰਮਾਤਮਾ ਦੇ। ਦੁਨੀਆ ਕੀ ਜਾਣੇ ਸਾਧੂ ਸੁੱਤੇ ਆ ਕਿ ਜਾਗਦੇ। ਹੁਣ ਗੁਰੂ ਅਮਰਦਾਸ ਮਹਾਰਾਜ ਇਸ ਅਵਸਥਾ ਵਿੱਚ ਸਾਰਾ ਦਿਨ, ਸਾਰੀ ਰਾਤ ਬੈਠੇ ਭਾਂਡੇ ਮਾਂਜੀ ਜਾਂਦੇ ਨੇ। ਅਤੇ ਗੁਰੂ ਸਾਹਿਬ ਜੀ ਦੀ ਮਿਹਰ ਹੈ, ਬੈਠੇ ਤਖਤਾਂ 'ਤੇ ਹੈ, ਸਾਰੇ ਸੇਵਕਾਂ ਕੰਨੀ ਨਜ਼ਰ ਹੈ, ਪਰ ਘਨੇਰੀ ਨਜ਼ਰ ਗੁਰੂ ਬਾਬੇ ਅਮਰਦਾਸ ਮਹਾਰਾਜ ਦੇ ਉੱਤੇ ਹੈ। ਦੇਖਦੇ ਨੇ ਉਹ 60 ਸਾਲ ਦਾ ਬਜ਼ੁਰਗ ਹੈ, ਕਈ ਵਾਰੀ ਭਾਂਡੇ ਮਾਂਜਦਾ ਇੱਥੋਂ ਕੁ ਤੱਕ ਅਵਸਥਾ ਪਹੁੰਚ ਜਾਂਦੀ ਹੈ ਬਾਬੇ ਅਮਰਦਾਸ ਦੀ, ਬਈ ਉਹਨਾਂ ਨੂੰ ਸ਼ੁੱਧ ਬੁੱਧ ਪਤਾ ਹੀ ਨਹੀਂ ਲੱਗਦਾ। ਇੱਕ ਬਰਤਨ ਨੂੰ ਇੰਨਾ ਟਾਈਮ ਲੱਗ ਜਾਂਦਾ ਭਾਂਡੇ ਮਾਂਜਣ 'ਤੇ। ਇਸ ਕਰਕੇ ਮਹਾਰਾਜ ਜੀ ਕਹਿੰਦੇ ਕਬੀਰ ਸੇਵਾ ਕੋ ਦੋਏ ਭਲੇ, ਇੱਕ ਸੰਤ ਇੱਕ ਰਾਮ। ਰਾਮ ਜੋ ਦਾਤਾ ਮੁਗਤ ਕੋ ਸੰਤ ਜਪਾਵੇ, ਨਾਮ ਰਾਮ ਕਲੀ ਮਹੱਲਾ ਤੀਜਾ। ਆਨੰਦ ਏਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਪ੍ਰਾਗ ਰਤਨ ਪਰਵਾਰ ਪਰੀਆਂ, ਸ਼ਬਦ ਗਾਵਣ ਆਈਆਂ। ਕਹਿ ਨਾਨਕ ਅਨੰਦ ਹੋਆ, ਸਤਿਗੁਰੂ ਮੈਂ ਪਾਇਆ। ਹਰ ਨਾਲ ਰਹੋ ਤੂੰ ਮਨ ਮੇਰੇ, ਦੁਖ ਸਭ ਵਿਸਾਰਨਾਂਗੇ। ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉ ਮਨੋ ਵਿਸਾਰੇ। ਸਾਜੇ ਸਾਹਿਬਾ ਗਿਆਨ ਨਹੀਂ ਕਰਦੇ ਰਹਿ, ਸਦਾ ਸਿਵਤ ਸਲਾਹ ਤੇਰੀ, ਨਾਮ ਮਨ ਵਸਾਵੇ। ਮਨ ਕਹਿ ਨਾਨਕ ਸੱਚੇ ਸਾਹਿਬ ਗਿਆਨ ਨਹੀਂ ਕਰਦੇ ਰਹਿ, ਸੱਚਾ ਨਾਮ ਮੇਰਾ ਆਧਾਰੋ। ਕਰ ਸਾਧ ਜੋਗ ਮਨ ਆਏ ਵਸਿਆ, ਜਿਨੀ ਇੱਛਾ ਸਭ ਜਾਈਆਂ। ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ, ਪਿਆਰੋ ਸੱਚਾ। ਕਰ ਚੁਪਾ ਕੈ ਸ਼ਬਦ ਬਾਜੇ, ਕਲਾ ਜਿਤ ਕਰ ਧਾਰਿਆ।
करम पाया तो जिनको से नाम हर के लागे। नाद सुनो बड़ भागियो सकल मनोरथ पूरे। दुख रोग संताप उतरे सुनी सच्ची बाणी। सुनते बनीत कहते तत् करे भरपूरे। बोलो वाहिगुरु जी का खालसा वाहिगुरु जी की फतेह की फतेह।